ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਲਿਸ਼ਕਾਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਵਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਸਾਡੇ ਗੁਰਧਾਮ। ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰਦੇ ਹਾਂ ਤੇ ਜਾਣਦੇ ਹਾਂ ਉੱਥੋਂ ਦੇ ਇਤਿਹਾਸ ਨੂੰ। ਅੱਜ ਇਸੇ ਲੜੀ ਤਹਿਤ ਅੱਜ ਅਸੀਂ ਜਾਣਾਂਗੇ ਸਿੱਖ ਸੰਗਤਾਂ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ, ਦੋ ਚੀਜ਼ਾਂ ਹਮੇਸ਼ਾ ਹੀ ਬਹੁਤ ਅਹਿਮ ਰਹੀਆਂ ਨੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਉਹਨਾਂ ਦੇ ਸੁੱਖ ਆਸਣ ਤੱਕ ਸਿੱਖ ਸੰਗਤਾਂ ਬਹੁਤ ਹੀ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੀ ਸੇਵਾ ਕਰਦੀਆਂ ਆ ਰਹੀਆਂ ਨੇ। ਅੱਜ ਅਸੀਂ ਜਾਣਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਜਿਨ੍ਹਾਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਹਾਸਲ ਕਰਾਂਗੇ। ਤੇ ਆਓ ਅੱਜ ਅਸੀਂ ਜਾਣਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਬਿਰਧ ਸਰੂਪ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਗਨ ਭੇਟ ਕੀਤਾ ਜਾਂਦਾ, ਉਸ ਦੀ ਕੀ ਪ੍ਰਕਿਰਿਆ ਹੈ। ਤੇ ਇਸ ਪ੍ਰਕਿਰਿਆ ਨੂੰ ਜਾਣ ਕੇ ਅਸੀਂ ਆਪਣਾ ਜੀਵਨ ਸਫਲ ਕਰਦੇ ਹਾਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ। ਗੁਰੂ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੇ ਅਤੀ ਮਾਨਯੋਗ ਹਨ। ਇਤਿਹਾਸ ਗਵਾਹ ਹੈ ਕਿ ਇਹਨਾਂ ਕੌਮੀ ਪਛਾਣਾਂ ਦੇ ਸਤਿਕਾਰ ਲਈ ਸਿੱਖ ਕੌਮ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਵੀ ਆਨਾਕਾਨੀ ਨਹੀਂ ਕੀਤੀ ਤੇ ਕੁਰਬਾਨੀ ਦੇ ਕੇ ਖਾਲਸਾ ਪੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਬਹਾਲ ਰੱਖੀ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੁਆਰਾ ਦਾਸ ਗੋਬਿੰਦ ਸ੍ਰੀ ਗੋਇੰਦਵਾਲ ਸਾਹਿਬ ਆਇਆ ਇੱਥੇ ਦਰਸ਼ਨਾਂ ਵਾਸਤੇ ਤੇ ਹੈੱਡ ਗ੍ਰੰਥੀ ਸਾਹਿਬ ਅਕਾਲ ਤਖਤ ਭਾਈ ਭਗਵਾਨ ਸਿੰਘ ਜੀ ਉਸ ਦਿਨ ਸੇਵਾ ਕਰਵਾ ਰਹੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ। ਇੱਕ ਛੋਟਾ ਜਿਹਾ ਅੰਗੀਠਾ ਸਾਹਿਬ ਬਣਾਇਆ ਹੋਇਆ ਸੀ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਫਤਿਹ ਬੁਲਾ ਕੇ ਜਦੋਂ ਨੇੜੇ ਹੋਇਆ ਤਾਂ ਕਹਿੰਦੇ ਆਓ ਸੇਵਾ ਕਰ ਲਓ। ਅਸੀਂ ਵੀ ਉਸ ਸੇਵਾ ਸ਼ਾਮਲ ਹੋਏ। ਉਹ ਪੱਤਰੇ ਅਸੀਂ ਝੋਕ ਕੇ ਅੰਗੀਠਾ ਸਾਹਿਬ 'ਚ ਪਾ ਰਹੇ ਸੀ ਅਤੇ ਸਤਿਕਾਰ ਵਜੋਂ ਕੁਝ ਕਮੀ ਦਿਸ ਰਹੀ ਸੀ। ਅਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਹੋਰ ਵਧੇਰੇ ਸਤਿਕਾਰ ਨਾਲ ਕਰਨ ਦਾ ਯਤਨ ਕਰੀਏ ਮਹਾਰਾਜ ਦੀ ਸੇਵਾ ਨੂੰ। ਤਾਂ ਦਾਸ ਨੇ ਲੁਧਿਆਣੇ ਜਾ ਕੇ ਆਪਣੇ ਘਰ ਦੇ ਵਿੱਚ ਇੱਕ ਛੋਟਾ ਅੰਗੀਠਾ ਬਣਾ ਕੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਅਗਨ ਭੇਟ ਕੀਤੇ। ਉਸ ਸਾਰੇ ਸਫਲ ਅਗਨ ਭੇਟ ਸੇਵਾ ਹੋਈ। ਫਿਰ ਅਸੀਂ ਸ਼੍ਰੋਮਣੀ ਕਮੇਟੀ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਇਸ ਤਰ੍ਹਾਂ ਸਤਿਕਾਰ ਨਾਲ ਸੇਵਾ ਕੀਤੀ ਜਾਵੇ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਇਸ ਤਰ੍ਹਾਂ ਦਾ ਤੁਸੀਂ ਆਪ ਉੱਥੇ ਅੰਗੀਠਾ ਬਣਾ ਕੇ ਸੇਵਾ ਕਰਾਓ, ਪਰ ਉਹਨਾਂ ਨੇ ਦਾਸ ਨੂੰ ਮਤਾ ਪਾਸ ਕਰਕੇ ਇਹ ਸੇਵਾ ਸੌਂਪ ਦਿੱਤੀ 97 ਦੇ ਵਿੱਚ। ਸਤਿਗੁਰ ਦੀ ਕਿਰਪਾ ਨਾਲ ਉਸ ਸਮੇਂ ਤੋਂ ਇਹ ਸੇਵਾ ਗੁਰੂ ਪਾਤਸ਼ਾਹ ਜੀ ਆਪ ਮਿਹਰਬਾਨੀ ਕਰਕੇ ਕਰਵਾ ਰਹੇ ਨੇ। ਇਹ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਸੇਵਾ ਸੌਂਪੀ ਗਈ ਹੈ ਮਤਾ ਪਾਸ ਕਰਕੇ ਅਤੇ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਦੁਆਰਾ ਇਹ ਸਾਰੀ ਸੇਵਾ ਸੰਗਤੀ ਰੂਪ ਵਿੱਚ ਸਤਿਗੁਰੂ ਆਪ ਕਰਵਾ ਰਹੇ ਨੇ ਜੋ ਤੁਸੀਂ ਹਾਜ਼ਰੀ ਭਰੀ ਹੈ। ਇਸ ਵਿੱਚ ਇਸ ਸੇਵਾ 'ਚ ਵਾਰੀ ਸਿੰਘਾਂ ਨੂੰ ਵੀ ਬੀਬੀਆਂ ਨੂੰ ਵੀ ਸੇਵਾ ਦਿੱਤੀ ਜਾਂਦੀ ਹੈ ਜਿਹੜੇ ਕਿ ਦੂਰੋਂ ਕਾਫੀ ਦੂਰੋਂ ਸੇਵਾ ਹਾਜ਼ਰੀਆਂ ਭਰਦੇ ਨੇ। ਸੋ ਇਹ ਸਤਿਗੁਰੂ ਦੀ ਸੇਵਾ ਸਫਲ ਹੋ ਰਹੀ ਹੈ। ਪੂਰਨ ਤੌਰ 'ਤੇ ਅਗਨ ਭੇਟ ਹੋ ਜਾਂਦੇ ਨੇ ਗੁਰੂ ਮਹਾਰਾਜ ਦੇ ਸਰੂਪ। ਫਿਰ ਇਸ ਨੂੰ ਅਸੀਂ ਜਲ ਪ੍ਰਵਾਹ ਕਰਦੇ ਹਾਂ ਬਿਆਸਾ ਦਰਿਆ ਦੇ ਵਿੱਚ ਅਗਨ ਭੇਟ ਨੂੰ ਰਾਹ ਨੂੰ ਇਕੱਤਰ ਕਰਕੇ। ਇਸ ਤਰ੍ਹਾਂ ਸੰਗਤੀ ਰੂਪ ਗੁਰੂ ਮਹਾਰਾਜ ਸੇਵਾ ਕਰਾ ਰਹੇ ਨੇ ਜੋ ਤੁਸੀਂ ਸੰਗਤਾਂ ਨੂੰ ਦੇਖੀਆਂ ਅਣਗਿਣਤ ਸੰਗਤਾਂ ਇਸ ਸੇਵਾ 'ਚ ਹਾਜ਼ਰੀਆਂ ਭਰਦੀਆਂ ਨੇ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਕਾਇਮ ਰੱਖਣ ਲਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਜਗਰਾਉਂ ਨੇੜੇ ਪਿੰਡ ਰਾਮਗੜ੍ਹ ਭੁੱਲਰ ਜਵੱਦੀ ਤੇ ਹੋਰਨਾਂ ਥਾਵਾਂ ਤੇ ਬਿਰਧ ਸਰੂਪ ਅਗਨ ਭੇਂਟ ਕਰਨ ਦੀ ਰਸਮ ਪੂਰਨ ਗੁਰਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਅਜਿਹਾ ਮਹਾਨ ਸਰਵੋਤਮ ਫਲਸਫਾ ਨੇ ਕਿ ਸਿੱਖ ਕੌਮ ਸਮੇਤ ਦੁਨੀਆ ਭਰ ਦੇ ਗਿਆਨਵਾਨ ਲੋਕਾਂ ਨੇ ਇਸ ਫਲਸਫੇ ਨੂੰ ਗ੍ਰਹਿਣ ਕਰਕੇ ਮਨੁੱਖੀ ਜੀਵਨ ਨੂੰ ਜਨਮ ਮਰਨ ਦੇ ਜੰਜਾਲ 'ਚੋਂ ਕੱਢਣ ਦੀ ਸੋਲੀ ਹਾਸਲ ਕਰ ਲਈ ਹੈ। ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਗੁਰੂਆਂ ਦੀ ਜੋਤ
ਭਾਵ 11ਵੇਂ ਗੁਰੂ ਸਾਹਿਬ ਵਜੋਂ ਪ੍ਰਵਾਨਿਤ ਕਰਦੀ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਹਰ ਸਿੱਖ ਦਾ ਕੌਮੀ ਫਰਜ਼ ਹੈ। ਤੁਸੀਂ ਇੱਕ ਸਵਾਲ ਕੀਤਾ ਕਿ ਸੇਵਾ ਕਦੋਂ ਦੀ ਕਰਦੇ ਆ, ਕਿਸ ਤਰ੍ਹਾਂ ਸ਼ੁਰੂ ਹੋਈ। ਦਾਸ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨਾਂ ਵਾਸਤੇ ਆਇਆ ਸੀ ਤੇ ਭਾਈ ਭਗਵਾਨ ਸਿੰਘ ਜੀ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਜੀ ਦੇ ਉਸੇ ਦਿਨ ਗੀਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਅਗਨ ਭੇਟ ਸੇਵਾ ਕਰਵਾ ਰਹੇ ਸਨ। ਉਸ ਸੇਵਾ ਜਦੋਂ ਹਾਜ਼ਰੀ ਭਰਨ ਵਾਸਤੇ ਦਾਸ ਵੀ ਗਿਆ ਤਾਂ ਦੇਖਿਆ ਜਿਸ ਤਰੀਕੇ ਨਾਲ ਸੇਵਾ ਹੋ ਰਹੀ ਹੈ ਇਹ ਹੋਰ ਚੰਗੇ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਹੋਰ ਅਦਬ ਸਤਿਕਾਰ ਹੋਵੇ। ਸੋ ਭਾਈ ਸਾਹਿਬ ਨਾਲ ਅਸੀਂ ਸਲਾਹ ਕੀਤੀ ਅਤੇ ਅਸੀਂ ਆਪਣਾ ਇੱਕ ਅੰਗੀਠਾ ਸਾਹਿਬ ਲੁਧਿਆਣੇ ਤਿਆਰ ਕੀਤਾ ਆਪਣੇ ਘਰ ਦੇ ਵਿੱਚ ਛੱਤ 'ਤੇ। ਉੱਥੇ ਅਸੀਂ ਯਤਨ ਕੀਤਾ ਕਿ ਪਹਿਲਾਂ ਗੁਰੂ ਪਾਤਸ਼ਾਹ ਕੋਲ ਚਰਨਾਂ ਨੂੰ ਬੇਨਤੀ ਕਰਕੇ ਮਿਹਰਬਾਨ ਲੈ ਕੇ ਸਤਿਕਾਰ ਸਹਿਤ ਹੋਰ ਕਰਨ ਵਾਸਤੇ ਘਰ ਹੀ ਇੱਕ ਅੰਗੀਠਾ ਸਾਹਿਬ ਬਣਾਇਆ ਜਿਹਦੇ ਵਿੱਚ ਸੰਪੂਰਨ ਸਰੂਪ ਗੁਰੂ ਮਹਾਰਾਜ ਦੇ ਜਲਦ ਸਮੇਤ ਰੱਖੇ ਗਏ ਤਾਂ ਜਿਹੜੇ ਠੀਕ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ। ਉਹ ਇਸ ਵੇਲੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਪਹੁੰਚ ਕੀਤੀ, ਸੈਕਟਰੀ ਸਾਹਿਬ ਨੂੰ ਉਹਨਾਂ ਨੇ ਦੱਸਿਆ ਇਸ ਤਰ੍ਹਾਂ ਸੇਵਾ ਹੋ ਸਕਦੀ ਹੈ, ਆਪ ਕਰੋ ਅੰਗੀਠਾ ਸਾਹਿਬ ਬਣਵਾਓ। ਉਹਨਾਂ ਨੇ ਮਤਾ ਪਾਸ ਕਰਕੇ ਸਾਨੂੰ ਇਹ ਸੇਵਾ ਸਥਾਨ ਵਿੱਚ ਦੇ ਦਿੱਤੀ। ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਸਤਿਕਾਰ ਤੇ ਮਰਿਆਦਾ ਵਿਲੱਖਣ ਮੰਨੀ ਗਈ ਹੈ। ਇਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਿਰਧ ਸਰੂਪਾਂ ਦੀ ਅਗਨ ਭੇਟਾ ਰਸਮ ਵੀ ਬੇਹੱਦ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਕੀਤੀ ਜਾਂਦੀ ਹੈ। ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਰ ਮਹੀਨੇ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਜਾਂਦੇ ਹਨ। ਇਹ ਸੇਵਾ ਭਾਈ ਨਰਿੰਦਰ ਸਿੰਘ ਜੀ ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਦੇਖ ਰੇਖ ਹੇਠਾਂ ਕਰਵਾਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰਨ ਲਈ ਸੰਗਤਾਂ ਦੂਰੋਂ ਦੂਰ ਇਸ ਸੇਵਾ ਕਾਰਜ ਵਿੱਚ ਹਿੱਸਾ ਪਾਉਣ ਪੁੱਜਦੀਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹੁਕਮਨਾਮਾ ਲੈ ਕੇ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰਨ ਦੀ ਪਾਵਨ ਨਮਿਤ ਤੇ ਸਤਿਕਾਰਕ ਰਸਮ ਦੀ ਪ੍ਰਕਿਰਿਆ ਪ੍ਰਾਰੰਭ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਸਾਡੇ ਕੋਲ ਆਉਂਦੇ ਆ, ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਲੈ ਕੇ ਆਉਂਦੀਆਂ ਨੇ, ਸੰਗਤਾਂ ਵੀ ਲੈ ਕੇ ਆਉਂਦੀਆਂ ਨੇ। ਅਸੀਂ ਇਕੱਲੇ ਇਕੱਲੇ ਸਰੂਪ ਨੂੰ ਅੰਗ ਅੰਗ ਦੇ ਦਰਸ਼ਨ ਕਰਦੇ ਹਾਂ। ਅਸੀਂ ਉਹਨਾਂ ਨੂੰ ਬਿਰਧ ਨਹੀਂ ਮੰਨਦੇ। ਅੰਗ ਅੰਗ ਦੇ ਦਰਸ਼ਨ ਕਰਕੇ ਜਿਹੜੇ ਸਰੂਪ 30 ਦੇ ਕਰੀਬ ਅੰਗ ਬਿਰਧ ਹੋ ਗਏ, ਪੰਨੇ ਬਿਰਧ ਹੋ ਗਏ, ਪੀਲੇ ਹੋ ਗਏ, ਫਟ ਗਏ, ਉਹਨਾਂ ਨੂੰ ਅਸੀਂ ਪਰਚੀਆਂ ਲਗਾ ਕੇ ਅੰਗ ਨੋਟ ਕਰਕੇ ਲਹਿਦਾ ਸਜਾ ਦਿੰਦੇ ਹਾਂ ਵੀ ਇਹ ਪ੍ਰਕਾਸ਼ ਦੇ ਯੋਗ ਨਹੀਂ, ਇਹ ਅਗਨ ਭੇਟ ਹੋਣਗੇ। ਦੂਸਰੇ ਸਰੂਪ ਜਿਨ੍ਹਾਂ ਦੇ ਵਿੱਚੋਂ ਫਰਜ਼ ਕਰੋ ਕਿਸੇ ਮਹਾਰਾਜ ਸਰੂਪ ਦਾ ਜਪਜੀ ਸਾਹਿਬ ਸਾਰਾ ਬਿਰਧ ਹੈ, ਅਸੀਂ ਦੂਸਰੇ ਬਿਰਧ ਸਰੂਪ 'ਚੋਂ ਜਪਜੀ ਸਾਹਿਬ ਠੀਕ ਹੈ ਕੱਢ ਕੇ ਉਹਦੇ 'ਚ ਪਾ ਦਿਆਂਗੇ, ਹੋਰ ਵੀ ਅੰਗ ਬਦਲ ਦਿਆਂਗੇ। ਇਸ ਤਰ੍ਹਾਂ ਕਈ ਸਰੂਪਾਂ ਦੇ ਅੰਗ ਬਦਲ ਕੇ ਅਸੀਂ ਉਹਨਾਂ ਨੂੰ ਅੰਗ ਬਾਕੀ ਸਾਰੇ ਠੀਕ ਹੁੰਦੇ ਨੇ ਉਹ ਬਦਲ ਕੇ ਨਵੀਆਂ ਜਲਤਾਂ ਬਣ ਕੇ ਭੇਟਾ ਰਹਿ ਦਿੰਦੇ ਹਾਂ। 7300 ਸਰੂਪ ਇਸ ਤਰ੍ਹਾਂ ਰਿਕਾਰਡਡ ਅਸੀਂ ਭੇਟਾ ਰਹਿ ਦੇ ਚੁੱਕੇ ਹਾਂ। ਹਰ ਸਰੂਪ ਅਸੀਂ ਅਗਨ ਭੇਟ ਨਹੀਂ ਕਰਦੇ, ਜਿਹੜੇ ਬਿਲਕੁਲ ਹੀ ਬਿਰਧ ਨੇ, ਪ੍ਰਕਾਸ਼ਯੋਗ ਨਹੀਂ, ਕੇਵਲ ਉਹਨਾਂ ਨੂੰ ਹੀ ਅਗਨ ਭੇਟ ਕੀਤਾ ਜਾਂਦਾ ਹੈ ਜੀ। ਦੂਸਰਾ ਹਸਤਲਿਖ ਸਰੂਪਾਂ ਦੇ ਬਾਰੇ ਜਦੋਂ ਅਸੀਂ ਸੇਵਾ ਸਤਿਗੁਰੂ ਨੇ ਬਖਸ਼ੀ ਉਦੋਂ ਸਾਡੀ ਇੱਕ ਰੈਫਰੈਂਸ ਲਾਇਬ੍ਰੇਰੀ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਉਹਦਾ ਫੌਜ ਨੇ ਹਮਲਾ ਕੀਤਾ, ਸਾਡੀ ਖਤਮ ਹੋ ਗਈ। ਸਾਡਾ ਸਿੱਖੀ ਦਾ ਸਰਮਾਇਆ ਸਾਰਾ ਖਤਮ ਕਰ ਦਿੱਤਾ ਗਿਆ। ਉਸ ਨੂੰ ਦੁਬਾਰਾ ਬਹਾਲ ਕਰਨ ਵਾਸਤੇ ਯਤਨਸ਼ੀਲ ਹੋ ਗਏ। ਪਿੰਡ ਪਿੰਡ ਜਾ ਕੇ ਥਾਂ ਥਾਂ 'ਤੇ ਜਾ ਕੇ ਹਸਤਲਿਖ ਸਰੂਪ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ, ਪੋਥੀਆਂ ਕਰਨੀਆਂ ਸ਼ੁਰੂ ਕਰਤੀਆਂ। ਤਾਂ ਹੁਣ ਤੱਕ ਰਿਕਾਰਡਡ 299 ਹਸਤਲਿਖ ਸਰੂਪ ਸ੍ਰੀ ਦਰਬਾਰ ਸਾਹਿਬ ਭੇਜੇ ਗਏ। ਰੈਫਰੈਂਸ ਲਾਇਬ੍ਰੇਰੀ ਨੂੰ 72 ਦਸਮ ਗ੍ਰੰਥ ਭੇਜੇ ਗਏ। ਬੜੀ ਵੱਡੀ ਗਿਣਤੀ 'ਚ ਪੋਥੀਆਂ ਹੋਰ ਸਿੱਖੀ ਸਰਮਾਇਆ ਭੇਜਿਆ ਗਿਆ ਤਾਂ ਕਿ ਸਾਡੀ ਰੈਫਰੈਂਸ ਲਾਇਬ੍ਰੇਰੀ ਫਿਰ ਨਵੇਂ ਸਿਰੋਂ ਸ਼ੁਰੂ ਹੋ ਜਾਏ, ਸਿੱਖੀ ਦਾ ਸਰਮਾਇਆ ਫਿਰ ਕਾਇਮ ਹੋ ਜਾਏ। ਇਸ ਭਾਵਨਾ ਨਾਲ ਕਿਸੇ ਵੀ ਹਾਲਤ ਵਿੱਚ ਹਸਤਲਿਖ ਸਰੂਪ ਅਗਨ ਭੇਟ ਨਹੀਂ ਕੀਤਾ ਜਾਂਦਾ, ਭਾਵੇਂ ਉਹ ਬਿਰਧ ਵੀ ਹੋਵੇ, ਪਰ ਅਸੀਂ ਸਾਰੇ ਚੰਗੀ ਹਾਲਤ ਦੇ ਭੇਜੇ ਨੇ। ਚੜ੍ਹਦੀ ਕਲਾ 'ਚੋਂ ਰੈਫਰੈਂਸ ਲਾਇਬ੍ਰੇਰੀ ਫਿਰ ਸ਼ੁਰੂ ਹੋ ਗਈ ਹੈ। ਫਿਰ ਮੈਂ ਆਪ ਜੀ ਨੂੰ ਦੱਸ ਦਿਆਂ, ਜਿੰਨੇ ਵੀ ਅਸੀਂ ਸਰੂਪ ਅਗਨ ਭੇਟ ਕਰਦੇ ਹਾਂ ਉਹ ਕਰਦੇ ਹਾਂ ਜਿਹੜੇ ਪ੍ਰਕਾਸ਼ਯੋਗ ਨਹੀਂ, ਬਿਰਧ ਹੋ ਗਏ ਨੇ,
ਅੰਗ ਵੀ ਨਹੀਂ ਬਦਲੇ ਜਾ ਸਕਦੇ। ਇਸ ਲਈ ਜਿਹੜੇ ਅੰਗ ਬਦਲੇ ਜਾਂਦੇ ਨੇ ਉਹਨਾਂ ਦੇ ਅਸੀਂ 7200 ਸਰੂਪ ਭੇਟਾ ਰਹਿ ਦੇ ਚੁੱਕੇ ਹਾਂ। ਹਸਤਲਿਖ ਸਰੂਪ ਵੀ ਇਸ ਤਰ੍ਹਾਂ 299 ਭੇਜੇ ਨੇ। ਰਹਿਸੂ ਲਾਇਬ੍ਰੇਰੀ ਫਿਰ ਦੁਬਾਰਾ ਪ੍ਰਚਲਿਤ ਹੋ ਗਈ ਸਾਡੀ ਸਤਿਗੁਰੂ ਦੀ ਕਿਰਪਾ ਨਾਲ ਸੇਵਾ ਆਪ ਗੁਰੂ ਮਹਾਰਾਜ ਇਸ ਨੂੰ ਬਖਸ਼ ਕਰਕੇ ਲੈ ਰਹੇ ਹੈ। ਸੰਗਤਾਂ ਗੁਰਬਾਣੀ ਦੇ ਨਾਮ ਸਿਮਰਨ ਨਾਲ ਜੁੜ ਕੇ ਆਨੰਦ ਮਾਣਦੀਆਂ ਨੇ ਤੇ ਅਰਦਾਸ ਕਰਦੀਆਂ ਨੇ ਕਿ ਹੇ ਪਰਮਾਤਮਾ ਹਮੇਸ਼ਾ ਪਰਿਵਾਰਾਂ ਦੇ ਅੰਗ ਸੰਗ ਰਹੋ। ਇਸੇ ਤਰ੍ਹਾਂ ਆਏ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਬਿਰਧ ਸਰੂਪ ਅਗਨ ਭੇਂਟ ਕਰਕੇ ਗੁਰੂ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਦਾਇਮ ਰੱਖਣ ਦਾ ਸੰਕਲਪ ਲਿਆ ਜਾਂਦਾ ਹੈ। ਦਿੱਲੀ ਗੁਰਦੁਆਰਾ ਕਮੇਟੀ ਨੇ ਇਹ ਸੇਵਾ ਵੇਖੀ। ਉਹਨਾਂ ਨੇ ਸਾਨੂੰ ਦਿੱਲੀ ਸੇਵਾ ਕਰਨ ਵਾਸਤੇ ਆਗਿਆ ਦਿੱਤੀ ਹੈ। ਮੈਨੂੰ ਕਾ ਟਿੱਲਾ ਅੰਗੀਠਾ ਸਾਹਿਬ ਬਣਾਇਆ ਗਿਆ। ਉੱਥੇ ਹਰ ਮਹੀਨੇ ਦਾ ਪਹਿਲਾ ਐਤਵਾਰ ਪਹਿਲੇ ਸੇਵਾ ਹੁੰਦੀ ਸੀ। ਹੁਣ 2 ਮਹੀਨਿਆਂ ਬਾਅਦ ਉੱਥੇ ਹਰ ਪਹਿਲਾ ਐਤਵਾਰ ਸੇਵਾ ਹੋ ਰਹੀ ਹੈ ਲਗਾਤਾਰ 14 ਸਾਲ ਤੋਂ। ਉਸ ਤੋਂ ਬਾਅਦ ਹਰਿਆਣਾ ਰਤੀਏ ਦੇ ਕੋਲ ਨਥਵਾਨ ਪਿੰਡ ਹੈ 5 ਕਿਲੋਮੀਟਰ 'ਤੇ। ਉੱਥੇ ਬਹੁਤ ਵੱਡੇ ਲੈਵਲ 'ਤੇ ਸੇਵਾ ਹੋ ਰਹੀ ਹੈ। ਬੜਾ ਪਛੜਿਆ ਇਲਾਕਾ ਸੀ। ਸਾਰਾ ਗੁਰਸਿੱਖੀ ਜੀਵਨ ਵਾਲੇ ਹੋ ਰਹੇ ਨੇ। ਚੜ੍ਹਦੀ ਕਲਾ 'ਚ ਹੋ ਰਹੀ ਹੈ ਕਿਉਂਕਿ ਸੇਵਾ ਦੇ ਨਾਲ ਸਿਵੰਦਾ ਕਾਰਜ ਹੋ ਰਿਹਾ ਹੈ। ਅੰਮ੍ਰਿਤ ਸੰਚਾਰ ਵੀ ਸਾਡੇ ਉੱਥੇ ਹੁੰਦੇ ਹੈ। ਬਹੁਤ ਵੱਡੀ ਗਿਣਤੀ ਸਿੱਖ ਜਿਹੜੇ ਕਿ ਪਛੜੇ ਹੋਏ ਸੀ ਗੁਰੂ ਤੋਂ ਬਾਣੀ ਤੋਂ ਉਹ ਸਿੱਖੀ ਵੱਲ ਨੂੰ ਮੂੰਹ ਕਰ ਰਿਹਾ ਉਹਨਾਂ ਨੇ। ਤੀਸਰਾ ਲੁਧਿਆਣੇ ਦੇ ਵਿੱਚ ਹੈੱਡ ਆਫਿਸ ਹੈ। ਉੱਥੋਂ ਅਸੀਂ ਸੇਵਾ ਸ਼ੁਰੂ ਕੀਤੀ ਸੀ। ਉਸ ਸੇਵਾ ਦੇ ਜ਼ਰੀਏ ਅਸੀਂ ਗੋਇੰਦਵਾਲ ਸਾਹਿਬ ਪਹੁੰਚੇ ਸੀ। ਉੱਥੇ ਵੀ ਸੇਵਾ ਹੋ ਰਹੀ ਹੈ। ਫਿਰ ਜਗਰਾਉਂ ਦੇ ਕੋਲ ਰਾਮਗੜ੍ਹ ਭੁੱਲਰ ਇੱਕ ਸਥਾਨ ਹੈ। ਉੱਥੇ ਵੀ ਸੇਵਾ ਸਤਿਗੁਰੂ ਜੀ ਕਰਵਾ ਰਹੇ ਨੇ। 5ਵੀਂ ਸੇਵਾ ਹੈਦਰਾਬਾਦ 5 ਸਟੇਟਾਂ ਦਾ ਸਥਾਨ ਹੈ ਹੈਦਰਾਬਾਦ। ਉੱਥੇ ਹਰ ਮਹੀਨੇ ਦਾ 5ਵਾਂ ਐਤਵਾਰ ਜਿਸ ਮਹੀਨੇ 'ਚ ਆਉਂਦਾ ਹੈ ਉਹ ਸੇਵਾ ਉੱਥੇ ਹੁੰਦੀ ਹੈ। ਸੋ ਸੰਗਤੀ ਰੂਪ 'ਚ ਇਹ ਸਾਰੇ ਇੰਡੀਆ 'ਚ ਇਹੀ ਪੈਟਰਨ ਜਿਹੜਾ ਸ੍ਰੀ ਗੋਇੰਦਵਾਲ ਸਾਹਿਬ ਵਾਲਾ ਹੋ ਰਿਹਾ। ਜਿਹੜੇ ਸਥਾਨਾਂ 'ਤੇ ਅਸੀਂ ਸੇਵਾ ਕਰ ਰਹੇ ਹਾਂ ਆਪਣੇ ਸਥਾਨਾਂ 'ਤੇ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਨੇ, ਕਿਸੇ ਵਿਅਕਤੀ ਦੇ ਨਾਂ 'ਤੇ ਨਹੀਂ। ਅਸੀਂ ਸਿੱਖੀ ਜੀਵਨ 'ਚ ਬਤਾਉਂਦੇ ਹੋਏ ਡੇਰਾਵਾਦ ਵੱਲ ਨਹੀਂ ਜਾ ਰਹੇ। ਅਸੀਂ ਗੁਰੂ ਦੀ ਸੇਵਾ ਸਿੱਖ ਸੰਗਤਾਂ ਦੇ ਨਾਲ ਰਲ ਕੇ ਕਰਦੇ ਹਾਂ। ਗੁਰੂ ਦੇ ਸਤਿਕਾਰ ਵਜੋਂ ਸੇਵਾ ਕਰਦੇ ਹਾਂ, ਗੁਰੂ ਦੇ ਪ੍ਰੇਮ ਵਜੋਂ ਸੇਵਾ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਇਹ ਸੰਗਤੀ ਸਰੂਪ 'ਚ ਸੇਵਾ ਇਸ ਤੋਂ ਇਲਾਵਾ ਕੈਨੇਡਾ 'ਚ ਟੋਰਾਂਟੋ ਵੈਨਕੂਵਰ ਹਰ ਸਾਲ ਸੇਵਾ ਹੋ ਰਹੀ ਹੈ ਦੋਨਾਂ ਸਥਾਨਾਂ 'ਤੇ। ਨਿਊ ਜਰਸੀ ਅਮਰੀਕਾ ਵੀ ਸੇਵਾ 3 ਵਾਰੀ ਹੋ ਚੁੱਕੀ ਹੈ। ਅਤੇ ਬਾਹਰਲੇ ਸਥਾਨਾਂ 'ਤੇ ਵੀ ਸਤਿਗੁਰੂ ਜੀ ਇਸ ਤਰ੍ਹਾਂ ਕਿਰਪਾ ਕਰਕੇ ਇਹ ਸਾਰੀ ਸੇਵਾ ਸੰਗਤੀ ਰੂਪ ਵਿੱਚ ਹੋ ਜਾਂਦੀ ਹੈ। ਮਾਇਆ ਦੇ ਬਾਰੇ ਮੈਂ ਪਹਿਲੇ ਬੋਲ ਚੁੱਕਿਆ ਕਿ ਕੋਈ ਸਾਡਾ ਡੇਰਾਵਾਦ ਦਾ ਸਬਜੈਕਟ ਨਹੀਂ, ਨਾ ਕੋਈ ਚੇਲੇਗਿਰੀ ਹੈ। ਇਹ ਸਤਿਗੁਰੂ ਹੈ ਦੀ ਕਿਰਪਾ ਦੁਆਰਾ ਨਿਸ਼ਕਾਮ ਸੇਵਾ ਹੋ ਰਹੀ ਹੈ। ਇਹ ਸਾਰੇ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਅਸੀਂ ਲਵਾਏ ਹੋਏ ਹੈ ਤਾਂ ਕਿ ਸਾਡੇ ਮਨ 'ਚ ਆਉਣ ਵਾਲੇ ਸਮੇਂ 'ਚ ਵੀ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਸਥਾਨ ਬਣੇ ਰਹਿਣ ਔਰ ਸਿੱਖ ਸੰਗਤਾਂ ਇਸ ਤਰ੍ਹਾਂ ਸੇਵਾ ਦੇ ਵਿੱਚ ਹਾਜ਼ਰੀਆਂ ਭਰਦੀਆਂ ਰਹਿਣ। ਪਰ ਅਸੀਂ ਮਾਇਆ ਦੇ ਬਾਰੇ ਕੁਝ ਵਿਅਕਤੀ ਜਦੋਂ ਵੀ ਕੋਈ ਲੋੜ ਪੈਂਦੀ ਹੈ, ਇੱਕ ਸਾਡਾ ਗਰੁੱਪ ਹੈ ਜਿਹੜੇ ਸਾਰੇ ਆਪਣੀ ਦਸਵੰਧ ਕੱਢ ਕੇ ਉਹ ਕਾਰਜਾਂ ਵਾਸਤੇ ਸਜਤਸ਼ੀਲ ਹੋ ਜਾਂਦੇ ਹਾਂ। ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਨਾਲ ਬੜੇ ਪ੍ਰੇਮ ਨਾਲ, ਭਾਵਨਾ ਨਾਲ, ਸਤਿਕਾਰ ਨਾਲ, ਸੋਚ ਇੱਕੋ ਹੀ ਗੁਰੂ ਦੀ ਸੇਵਾ ਦੀ ਬਣੀ ਹੋਈ ਹੈ। ਸਭ ਹਿਰਦਿਆਂ 'ਚ ਰਲ ਮਿਲ ਕੇ ਸਾਰੇ ਸੇਵਾ ਕਰਦੇ ਹਾਂ ਔਰ ਜਿੰਨੇ ਸੇਵਾਦਾਰ ਨੇ ਸਾਰੇ ਉਹ ਵੀ ਸਾਰੇ ਨਿਸ਼ਕਾਮ ਸਾਡੇ ਨਾਲ ਰਲ ਕੇ ਸੇਵਾ ਕਰ ਰਹੇ ਨੇ। ਗੁਰੂ ਦੀ ਕਿਰਪਾ ਸਭ 'ਤੇ ਹੈ। सतगुरु की सेवा सफल है जे को करे चित लाए। मैं सब सिख संगतां नूं निमरता सहित बेनती करदा वां, देश साडे इस देश विच जिथे जिथे सेवा हो रही है किरपा करके ਜ਼ਰੂਰ ਇੱਕ ਵਾਰੀ ਸੇਵਾ 'ਚ ਹਾਜ਼ਰੀ ਭਰੋ। ਤੁਹਾਡੇ ਸਿਰਾਂ 'ਤੇ ਗੁਰੂ ਮਹਾਰਾਜ ਦੇ ਸਰੂਪ ਹੋਣਗੇ, ਤੁਸੀਂ ਚੌਰ ਸਾਹਿਬ ਕਰੋਗੇ, ਛਤਰ ਚਲਾਓਗੇ, ਵੱਡੀ ਗਿਣਤੀ ਨਾਲ ਜੋ ਸੇਵਾ 'ਚ ਤੁਸੀਂ ਕਿਸ ਹਾਜ਼ਰੀ ਭਰੋਗੇ, ਤੁਹਾਡੇ ਅੰਦਰ ਗੁਰੂ ਪ੍ਰੇਮ ਜਾਗੇ, ਗੁਰੂ ਸਤਿਕਾਰ ਜਾਗੇ, ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਤੁਹਾਡੇ ਹਿਰਦੇ 'ਚ ਵਸੇ ਅਤੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਅੱਗੇ ਅਰਦਾਸ ਜੋਦੜੀ ਉਪਰੰਤ ਗੁਰੂ ਸਾਹਿਬ ਦੇ ਸਰੂਪ ਦੇਸੀ ਘਿਓ ਦੇ ਅੰਗੀਠੇ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਅਗਨ ਭੇਂਟ ਕੀਤੇ ਜਾਂਦੇ ਨੇ। ਗੁਰੂ ਘਰ ਦੇ ਸੇਵਾਦਾਰਾਂ ਅਨੁਸਾਰ ਸੰਗਤਾਂ ਦਾ ਉਤਸ਼ਾਹ ਕੌਮ ਲਈ ਮਾਣ ਸਤਿਕਾਰ ਦਾ ਪ੍ਰਮਾਣ ਹੈ ਜਿਸ ਨੂੰ ਵਿਸ਼ਵ ਭਰ ਦੇ ਸਿੱਖ ਅਪਣਾ ਰਹੇ ਨੇ। ਆਓ
ਆਓ ਅਸੀਂ ਵੀ ਇਸ ਸੇਵਾ ਵਿੱਚ ਹਿੱਸਾ ਪਾ ਕੇ ਗੁਰੂ ਸਾਹਿਬ ਜੀ ਦਾ ਸਤਿਕਾਰ ਬਹਾਲ ਰੱਖੀਏ। ਅੱਜ ਅਸੀਂ ਜਾਣਿਆ ਗੁਰੂ ਸਾਹਿਬ ਜੀ ਦੇ ਬਿਰਧ ਸਰੂਪ ਦੀ ਅਗਨਭੇਟ ਗੁਰਮਰਿਆਦਾ ਨੂੰ। ਆਓ ਸਾਰੇ ਰਲ ਮਿਲ ਕੇ ਇਸ ਦੇ ਵਿੱਚ ਹਿੱਸਾ ਪਾਈਏ ਤਾਂ ਜੋ ਗੁਰਮਰਿਆਦਾ ਬਣੀ ਰਹੇ ਤੇ ਗੁਰੂ ਜੀ ਦਾ ਸਤਿਕਾਰ ਹਮੇਸ਼ਾ ਬਰਕਰਾਰ ਰਹੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਆਪਣੇ ਸੁਝਾਅ ਦੇਣਾ ਨਾ ਭੁੱਲਣਾ। ਤੁਹਾਡੀ ਟੀਵੀ ਸਕਰੀਨ ਦੇ ਉੱਪਰ ਸਾਡੀ ਈਮੇਲ ਆਈਡੀ ਔਰ ਸਾਡਾ ਫੋਨ ਨੰਬਰ ਦੋਨੋਂ ਫਲੈਸ਼ ਹੋ ਰਹੇ ਨੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਫੋਨ ਰਾਹੀਂ ਵੀ ਆਪਣੇ ਸੁਝਾਅ ਦੱਸ ਸਕਦੇ ਹੋ। ਅਗਲੇ ਐਪੀਸੋਡ 'ਚ ਮਿਲਦੇ ਹਾਂ ਕਿਸੇ ਨਵੇਂ ਗੁਰਧਾਮ ਤੇ ਜਾਣਦੇ ਹਾਂ ਉਸ ਬਾਰੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।